ਪਿਆਰੇ ਕਿਸਾਨ ਵੀਰੋ ਤੇ ਭੈਣੋ, ਜਦੋਂ ਅਸੀਂ ਖੇਤੀ ਦੇ ਵਿੱਚ ਤਕਨੀਕੀ ਜਾਣਕਾਰੀਆਂ ਦੀ ਗੱਲ ਕਰਨੇ ਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਾਣਕਾਰੀ ਦੇ ਨਾਲ ਨਾਲ ਸਹੂਲਤਾਂ ਦਾ ਵੀ ਬੜਾ ਵੱਡਾ ਰੋਲ ਹੈ। ਸਿਆਣੇ ਕਹਿੰਦੇ ਨੇ ਗਿਆਨ ਧਿਆਨ ਤੇ ਸਮਾਨ। ਗਿਆਨ ਆਪਾਂ ਨੂੰ ਮਹਿਕਮਾ ਜ਼ਰਾਇਤ ਮਿਲਦਾ, ਯੂਨੀਵਰਸਿਟੀ ਕੋਲੋਂ ਮਿਲਦਾ, ਕੈਂਪਾਂ 'ਚੋਂ ਮਿਲਦਾ ਤੇ ਨਾਲ ਦੇ ਨਾਲ ਧਿਆਨ ਆਪਾਂ ਦੇਣਾ ਤੇ ਸਮਾਨ ਵੀ ਸਾਨੂੰ ਚੰਗਾ ਚਾਹੀਦਾ ਤਾਂ ਕਿ ਖੇਤੀ ਨੂੰ ਅਸੀਂ ਕਾਮਯਾਬ ਕਰ ਸਕੀਏ। ਅੱਜ ਆਪਾਂ ਖੇਤਾਂ 'ਚ ਖੜ੍ਹੇ ਹਾਂ। ਮੇਰੇ ਨਾਲ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁਖੀ ਡਾਕਟਰ ਗੁਰਵਿੰਦਰ ਸਿੰਘ, ਡਾਇਰੈਕਟਰ ਨੇ, ਤੇ ਗੱਲਾਂ ਬਾਤਾਂ ਆਪਾਂ ਕਰਾਂਗੇ ਵੀ ਮਹਿਕਮਾ ਜ਼ਰਾਇਤ ਵੱਲੋਂ ਕਿੱਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਚਾਹੇ ਹੁਣ ਸਾਉਣ ਦੀ ਫਸਲ ਜਿਹੜੀ ਆਪਾਂ ਸਾਂਭਣੀ ਹੈ, ਚਾਹੇ ਕਣਕ ਦੀ ਆਪਾਂ ਬਿਜਾਈ ਕਰਨੀ ਹੈ, ਹੜ੍ਹ ਦੀਆਂ ਹੋਰ ਫਸਲਾਂ ਦੀ ਆਪਾਂ ਬਿਜਾਈ ਕਰਨੀ ਹੈ। ਨਾਲ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਵੀ ਹੈਗੇ ਨੇ, ਇਸ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਵੀ ਨੇ, ਫਾਰਮਰ ਵੀ ਨੇ ਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਵੀ ਇੱਥੇ ਨਾਲ ਸਾਡੇ ਖੜ੍ਹੇ ਨੇ। ਡਾਕਟਰ ਗੁਰਵਿੰਦਰ ਸਿੰਘ ਜੀ, ਹਾੜੀ ਦੀ ਬੜੀ ਮਹੱਤਵਪੂਰਨ ਫਸਲ ਕਣਕ ਦੀ ਆਪਾਂ ਬਿਜਾਈ ਕਰਨ ਜਾ ਰਹੇ ਹਾਂ ਤੇ ਤੁਸੀਂ ਕਾਫੀ ਉਪਰਾਲੇ ਕੀਤੇ ਹੋਣਗੇ। ਕਿੱਦਾਂ ਦੀਆਂ ਸਹੂਲਤਾਂ, ਚਾਹੇ ਉਹ ਬੀਜ ਦੀ ਗੱਲ ਹੈ, ਦੇਖੋ ਸਭ ਤੋਂ ਵੱਡੀ ਗੱਲ ਹੈ ਬੀਜ। ਕਿਸਾਨ ਨੂੰ ਬੀਜ ਚੰਗਾ ਮਿਲ ਜਾਵੇ ਤੇ ਸ਼ੁਰੂਆਤ ਚੰਗੀ ਹੋ ਜਾਂਦੀ ਹੈ। ਇਹਦੇ ਬਾਰੇ ਤੁਸੀਂ ਕੀ ਇੰਤਜ਼ਾਮ ਕੀਤੇ ਹੈ? ਬਿਲਕੁਲ ਜੀ, ਉਹ ਓਵਰਆਲ ਸਾਰੀਆਂ ਏਜੰਸੀਆਂ ਕੋਲ, ਸਰਕਾਰੀ ਤੇ ਪ੍ਰਾਈਵੇਟ ਨੂੰ ਰਲਾ ਕੇ ਸਾਡੇ ਕੋਲ 11.5 ਲੱਖ ਤੋਂ ਉੱਪਰ ਕੁਇੰਟਲ ਦਾ ਬੀਜ ਅਵੇਲੇਬਲ ਹੈ ਤੇ ਸਰਟੀਫਾਈਡ ਬੀਜ, ਤਸਦੀਕਸ਼ੁਦਾ ਬੀਜ ਜਿਹੜਾ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ। ਦੂਜੀ ਗੱਲ, ਇਸ ਤਸਦੀਕਸ਼ੁਦਾ ਬੀਜ ਦੇ ਵਿੱਚੋਂ ਅਸੀਂ 2 ਲੱਖ ਕੁਇੰਟਲ ਬੀਜ ਦੇ ਉੱਤੇ ਸਬਸਿਡੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਪੰਜਾਬ 'ਚ, ਤੇ ਇਹ 1000 ਰੁਪਇਆ ਕੁਇੰਟਲ ਦੇ ਉੱਤੇ ਸਬਸਿਡੀ ਦਿਆਂਗੇ। ਕੁੱਲ ਬੀਜ ਦਾ ਰੇਟ ਹੈ ਜਿਹੜਾ 3750 ਰੁਪਏ ਹੈ ਤੇ 1000 ਰੁਪਇਆ ਸਬਸਿਡੀ ਕੱਢ ਦਈਏ ਤੁਹਾਨੂੰ 2750 ਰੁਪਇਆ ਮਿਲੇਗਾ। ਪਹਿਲਾਂ ਨਾਲੋਂ ਅਸੀਂ ਤਬਦੀਲੀ ਇਸ ਸਾਲ ਇਹ ਕੀਤੀ ਹੈ ਕਿ ਪਿਛਲੇ ਸਾਲ ਜਦੋਂ ਬੀਜ ਦੀ ਸੀ ਤੁਹਾਨੂੰ ਪੋਰਟਲ 'ਤੇ ਅਪਲੋਡ ਕਰਨਾ ਪੈਂਦਾ ਸੀਗਾ, ਤੁਹਾਨੂੰ ਪਹਿਲਾਂ ਪੂਰੀ ਕੀਮਤ ਅਦਾ ਕਰਨੀ ਪੈਂਦੀ ਸੀ, ਫਿਰ ਤੁਹਾਡੇ ਖਾਤੇ ਸਬਸਿਡੀ ਆਉਂਦੀ ਸੀ। ਐਰਕੀ ਅਸੀਂ ਇਹ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਵੀ ਕਿਸਾਨਾਂ ਦੀ ਮੁਸ਼ਕਲ ਨੂੰ ਹੱਲ ਕਰੀਏ, ਕਿਉਂਕਿ ਇਹ 'ਚ ਬਹੁਤ 2-2 3-3 ਕਿੱਲਿਆਂ ਦਾ ਬੀਜ ਕਿਸਾਨਾਂ ਨੇ ਲੈਣਾ ਹੁੰਦਾ ਤੇ ਉਹ ਬਹੁਤ ਥੋੜ੍ਹੇ ਪੈਸੇ ਲਈ ਉਹਨਾਂ ਨੂੰ ਕਈ ਚਿਰ ਡਿੱਗਣਾ ਪੈਂਦਾ। ਇਸ ਲਈ ਤੁਸੀਂ ਸਿਰਫ ਸਰਕਾਰੀ ਏਜੰਸੀਆਂ ਦੇ ਜਿਹੜੇ ਮਨਜ਼ੂਰਸ਼ੁਦਾ ਡੀਲਰ ਨੇ ਜਾਂ ਸਰਕਾਰੀ ਏਜੰਸੀਆਂ ਦੇ ਦਫ਼ਤਰ ਨੇ ਉਹਨਾਂ ਤੋਂ ਲੈ ਸਕਦੇ ਜੇ। ਪਨਸੀਡੀ ਦੀ ਸਾਡੀ ਨੋਡਲ ਏਜੰਸੀ ਬਣਾਈ ਹੈ, ਤਾਂ ਤੁਸੀਂ 2750 ਰੁਪਏ ਕੁਇੰਟਲ ਦੇ ਹਿਸਾਬ ਨਾਲ ਬੀਜ ਉੱਥੋਂ ਖਰੀਦ ਸਕਦੇ ਜੇ। ਤਸਦੀਕਸ਼ੁਦਾ ਬੀਜ ਹੀ ਕਿਸਾਨ ਖਰੀਦਣ ਤੇ ਬੀਜ ਲੈਣ ਲੱਗਿਆਂ ਬੀਜ ਦਾ ਜਿਹੜਾ ਬਿੱਲ ਹੈ, ਚਾਹੇ ਉਹ ਪ੍ਰਾਈਵੇਟ ਤੌਰ 'ਤੇ ਖਰੀਦਣ, ਬਿਨਾਂ ਸਬਸਿਡੀ ਤੋਂ ਖਰੀਦਣ, ਪਰ ਬੀਜ ਦਾ ਬਿੱਲ ਜ਼ਰੂਰ ਲੈਣ, ਕਿਉਂਕਿ ਬਿੱਲ ਤੋਂ ਬਗੈਰ ਫਿਰ ਤੁਹਾਨੂੰ ਕਈ ਵਾਰੀ ਮਾੜਾ ਬੀਜ ਮਿਲਣ ਦੇ ਵੀ ਚਾਂਸ ਹੈ। ਸੋ ਦੂਜੀ ਇਹ ਸੀਡ ਦੇ ਨਾਲ ਨਾਲ ਤੁਸੀਂ ਆਪਣਾ ਧਿਆਨ ਰੱਖਣਾ ਕਿ ਜੇ ਤੁਸੀਂ ਆਪਣਾ ਕੋਈ ਬੀਜ ਚੰਗਾ ਰੱਖਿਆ ਤਾਂ ਆਪਾਂ 1/3 ਰਕਬਾ ਜਿਹੜਾ ਨਵੇਂ ਬੀਜ ਨਾਲ ਬੀਜਣਾ ਅਤੇ ਬਾਕੀ ਰਕਬਾ ਆਪਾਂ ਆਪਣੇ ਕੋਲ ਜਿਹੜਾ ਚੰਗਾ ਬੀਜ ਅਵੇਲੇਬਲ ਹੈ ਉਹਦੇ ਤੋਂ ਬੀਜਣਾ। ਕਿਉਂਕਿ ਜੇ ਤੁਸੀਂ ਸਾਰਾ ਬੀਜ ਹੀ ਜਾਓਗੇ ਤਾਂ ਫਿਰ ਮਾਰਕੀਟ ਦੇ ਵਿੱਚ ਵੀ ਉੱਦਾਂ ਦਾ ਹੋ ਜਾਊਗਾ। ਇਸ ਕਰਕੇ 1/3 ਬੀਜ ਬੀਜੋ, ਉਸ ਦੇ ਵਿੱਚੋਂ ਅਗਲੇ 3 ਸਾਲ ਆਪਣਾ ਬੀਜ ਲੈਂਦੇ ਰਹੋ ਤੇ ਫਿਰ ਤੀਜੇ ਸਾਲ ਫਿਰ ਨਵਾਂ ਲੈ ਲਓ। ਬਿਲਕੁਲ ਜੀ, ਗੱਲ ਤੁਹਾਡੇ ਬਿਲਕੁਲ ਦਰੁਸਤ ਹੈ ਕਿ ਹਰ ਵਾਰੇ ਸਾਨੂੰ ਨਵਾਂ ਬੀਜ ਨਹੀਂ ਲੈਣਾ ਚਾਹੀਦਾ। 1/3 ਆਪਾਂ ਤਸਦੀਕਸ਼ੁਦਾ ਬੀਜ ਲੈ ਲਈਏ ਤਾਂ ਕਿ ਅਗਲੇ ਵਾਰ ਸਾਡੇ ਕੋਲ ਬੀਜ ਜਿਹੜਾ ਉਹ ਤਿਆਰ ਹੋ ਜਾਵੇ। ਬੀਜ ਦੀ ਗੱਲ ਆਈ ਹੈ, 126 ਦਾ ਬੀਜ ਕਿਸਾਨ ਵੀਰਾਂ ਨੇ ਬਹੁਤ ਬੀਜਿਆ ਤੇ ਮਾਰਕੀਟ ਦੇ ਵਿੱਚ ਉਦੋਂ ਬੜਾ ਰੌਲਾ ਪਿਆ ਵੀ 26 ਦਾ ਬੀਜ ਵੱਧ ਰੇਟ 'ਤੇ ਵਿਕ ਰਿਹਾ। ਪਰ ਮੈਂ ਹੁਣ ਸਾਰੇ ਪੰਜਾਬ 'ਚ ਅਸੀਂ ਜਦੋਂ ਦੇਖਿਆ ਤਾਂ 126 ਦਾ ਬੀਜ ਹੈ ਉਹ ਬਹੁਤ ਸੋਹਣੀ ਫਸਲ ਖੜੀ ਹੈ ਔਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਲੱਗੀ ਔਰ ਕਿਸਾਨਾਂ ਨੇ ਲੇਟ ਬੀਜ ਕੇ ਪਾਣੀ ਵੀ ਬਚਾਇਆ। ਇਸ ਲਈ ਮੇਰੀ ਅਪੀਲ ਹੈ ਕਿ ਉਸ ਦਾ ਅਗਲੀ ਸਾਉਣੀ ਵਾਸਤੇ ਬੀਜੇ ਜਾਣ ਵਾਲਾ ਬੀਜ ਆਪਣੇ ਖੇਤ ਦੇ ਚੰਗੇ ਬੀਜ ਨੂੰ ਪੂਰੀ ਤਰ੍ਹਾਂ ਦੇਖ ਕੇ ਤੇ ਉਹਨੂੰ ਰੱਖ ਲੈਣ ਤੇ ਮੁੜ ਕੇ ਬੀਜਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਤੁਸੀਂ 10 ਰੁਪਏ ਦੀ ਕੀਮਤ ਨਾਲ ਟੈਸਟ ਵੀ ਕਰਾ ਸਕਦੇ ਹੋ ਸਾਡੀ ਲੈਬੋਰਟਰੀ 'ਚੋਂ। ਮੇਰੇ ਨਾਲ ਕਿਸਾਨ ਨੇ, ਕੀ ਆਪਣਾ ਨਾਂ ਹੈ ਜੀ ਭਾਜੀ? ਮੇਰਾ ਨਾਮ ਜੀ ਤਰਵਿੰਦਰ ਸਿੰਘ ਜੀ। ਅੱਛਾ, ਤੁਸੀਂ ਜਦੋਂ ਸੀਡ ਦੀ ਗੱਲ ਆਉਂਦੀ ਹੈ, ਤੁਸੀਂ ਹਰ ਵਾਰੇ ਸੀਡ ਨਵਾਂ ਪਰਚੇਜ਼ ਕਰਦੇ ਹੋ ਕਿ ਘਰੋਂ ਆਉਂਦੇ ਹੋ? ਦੇਖੋ ਇਹ ਅਗਾਂਹ ਵਧੂ ਕਿਸਾਨ ਦੀ ਨਿਸ਼ਾਨੀ ਹੈ ਕਿ ਆਪਾਂ ਘਰ ਦਾ ਬੀਜ ਵਰਤੀਏ। ਕੀ ਕਹਿਣਾ ਚਾਹੋਗੇ? ਸਰ, ਜਿਹੜਾ ਆਪਾਂ ਘਰ ਦਾ ਬੀਜ ਪਾਉਂਦੇ ਨਾ ਉਹਦੇ ਵਿੱਚ ਸਾਨੂੰ ਦਿੱਕਤ ਆ ਜਾਂਦੀ ਥੋੜ੍ਹੀ ਜਿਹੀ, ਮਤਲਬ ਜਿਹੜੀ ਕੰਬਾਈਨ ਦੀ ਹਾਰਵੈਸਟਿੰਗ ਹੋਈ ਹੁੰਦੀ ਹੈ ਉਹਦੇ ਵਿੱਚ ਦਾਣਾ ਕੱਟਿਆ ਹੁੰਦਾ ਜੀ, ਤੇ ਉਹ ਸਾਨੂੰ ਬੀਜ ਵੱਧ ਪਾਉਣਾ ਪੈਂਦਾ। ਜਿਹੜਾ ਅਸੀਂ ਹੁਣ ਮੰਨ ਲਿਆ ਉਹਦੀ ਆਪਾਂ ਹੱਥ ਨਾਲ ਹਾਰਵੈਸਟਿੰਗ ਕਰਾ ਲਈਏ, ਜਦੋਂ ਘਰ ਵਾਸਤੇ ਬੀਜ ਚੰਗਾ ਸਾਡੇ ਕੋਲ ਪਲਾਟ ਹੈਗਾ ਕੋਈ, ਉਹ ਆਪਾਂ ਹੱਥ ਨਾਲ ਵੱਢ ਲਈਏ। ਸਰ, ਸਾਡੇ ਕੋਲ ਮੇਨ ਪ੍ਰੋਬਲਮ ਲੇਬਰ ਦੀ ਹੈ, ਕਿਉਂਕਿ ਲੇਬਰ ਆਪਣੇ ਪੰਜਾਬ 'ਚ ਇੰਨੀ ਹੈ ਨਹੀਂ, ਜਿਹੜੀ ਹੈਗੀ ਸੀਗੀ ਉਹ ਇੰਡਸਟਰੀਆਂ ਨੇ ਖਿੱਚਦੀ। ਹੁਣ ਅਸੀਂ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਵਾਲੇ ਹਾਂ, ਸਾਡੇ ਲੇਬਰ ਬਹੁਤ ਜ਼ਿਆਦਾ ਸਮੱਸਿਆ ਹੈ ਇਸ ਚੀਜ਼ ਦੀ। ਲੇਬਰ ਨਾ ਹੋਣ ਕਰਕੇ ਫਿਰ ਸਾਨੂੰ ਹੁਣ ਮਸ਼ੀਨਾਂ ਵਾਲੀ ਹਾਰਵੈਸਟ ਕਰਾਉਣੀ ਪੈਂਦੀ ਹੈ। ਪਰ ਗੱਲ ਦੇਖੋ ਉਹ ਵੀ ਬੜੀ ਜ਼ਰੂਰੀ ਹੈ ਤਲਵਿੰਦਰ ਜੀ ਕਿ ਜਦੋਂ ਅਸੀਂ ਖਰਚੇ ਘਟਾਉਣ ਦੀ ਗੱਲ ਕਰਨੇ ਆ ਤਾਂ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਬੀਜ ਸਾਨੂੰ ਬਾਜ਼ਾਰੋਂ ਮਿਲਦਾ ਮਹਿੰਗਾ ਮਿਲਦਾ, ਤੇ ਜੇ ਅਸੀਂ ਆਪਣਾ ਬੀਜ ਤਿਆਰ ਕਰਕੇ ਉਹਨੂੰ ਆਪਾਂ ਸਾਂਭਾਂਗੇ ਤੇ ਬੱਲੇ ਬੱਲੇ ਹੋ ਸਕਦੀ, ਖਰਚਾ ਸਾਡਾ ਘਟ ਸਕਦਾ। ਹਾਂਜੀ ਸਰ, ਉਹ ਹੈ ਵੀ ਖਰਚਾ ਘਟਦਾ ਕਿਉਂਕਿ ਉਹ ਸਾਡਾ ਖੁਦ ਦਾ ਬੀਜ ਹੈ ਜੀ। ਇੱਕ ਸਾਨੂੰ ਇਹ ਪਤਾ ਹੁੰਦਾ ਵੀ ਅਸੀਂ ਪਿਛਲੇ ਸਾਲ ਕਿੰਨਾ ਉਹ ਤੋਂ ਝਾੜ ਲਿਆ ਜੀ। ਹਾਂਜੀ ਸਰ।
ਸੋ ਇਸ ਪੱਖੋਂ ਮੇਰੇ ਖਿਆਲ ਆਪਾਂ ਨੂੰ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਨੇ, ਖਾਸ ਤੌਰ ਤੇ ਜਿਹੜੀ PR 126 ਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ ਹੈ, ਉਹ ਅਜੇ ਸਾਡੀ ਖੇਤਾਂ 'ਚ ਚੱਲਣ ਡਈ, ਜਾਂ ਆਪਾਂ ਕੁਝ ਘਰ ਵੀ ਰੱਖੀ ਹੋਏਗੀ, ਉਹਨੂੰ ਅਸੀਂ ਸਾਂਭ ਸਕਨੇ ਹਾਂ ਤਾਂ ਅਗਲੇ ਸਾਲ ਵਾਸਤੇ ਆਪਾਂ ਤਿਆਰ ਕਰ ਸਕਨੇ ਹਾਂ। ਡਾਕਟਰ ਸਾਹਿਬ, ਇਸ ਤੋਂ ਬਾਅਦ ਮਹੱਤਵਪੂਰਨ ਕੰਮ ਇਹ ਹੁੰਦਾ ਹੈ ਕਿ ਬੀਜ ਦੀ ਬਿਜਾਈ ਆਪਾਂ ਕਰਨੀ ਹੈ ਔਰ ਨਾਲ ਦੇ ਨਾਲ ਪਰਾਲੀ ਨੂੰ ਵੀ ਸਾਂਭਣਾ। ਦੇਖੋ ਉਸ ਪੱਖੋਂ ਵੀ ਤੁਹਾਡਾ ਮਹਿਕਮਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੱਗਾ ਪੰਜਾਬ ਸੂਬੇ 'ਚ, ਔਰ ਜੇ ਅਸੀਂ ਗੱਲ ਕਰੀਏ ਪਰਾਲੀ ਦੀ ਸੰਭਾਲ ਬਾਰੇ ਬੜੇ ਉਪਰਾਲੇ ਚੱਲਣ ਡੇ ਨੇ, ਕੀ ਕਹਿਣਾ ਚਾਹੋਗੇ? ਔਰ ਨਾਲ ਦੇ ਨਾਲ ਜਿਹੜੇ ਕਣਕ ਦੀ ਆਪਾਂ ਬਿਜਾਈ ਕਰਨੀ ਹੈ ਉਹਦੇ ਵਾਸਤੇ ਖਾਦਾਂ ਦੀ ਵੀ ਲੋੜ ਪੈਂਦੀ ਹੈ ਆਪਾਂ ਨੂੰ, ਸੋ ਉਹਦੇ ਵਾਸਤੇ ਤੁਸੀਂ ਇੰਤਜ਼ਾਮ ਕੀਤੇ ਹੋਣਗੇ? ਬਿਲਕੁਲ ਜੀ, ਬਿਲਕੁਲ ਕੀਤੇ ਨੇ ਜੀ। ਅਸੀਂ ਸਾਡਾ ਜਿਹੜਾ ਪਰਾਲੀ ਦੇ ਸੰਭਾਲ ਵਾਲਾ ਪ੍ਰੋਗਰਾਮ ਹੈ ਉਹ ਸਾਰੇ ਜ਼ਿਲ੍ਹਿਆਂ 'ਚ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਸਾਡੇ ਵਿਭਾਗ ਦੇ ਅਫਸਰ, ਈਵਨ ਸਾਡੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਤੋਂ ਇਲਾਵਾ DC ਸਾਹਿਬਾਨ ਨੇ, ਦੂਜੇ ਮਹਿਕਮੇ ਦੇ ਅਫਸਰ ਵੀ ਇਸ ਕੰਮ ਲਈ ਲਾਏ ਹੋਏ ਨੇ, ਪਿੰਡਾਂ ਨੂੰ ਅਲਾਟ ਕੀਤਾ ਹੋਇਆ। ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਪਿਛਲੇ 4-5 ਸਾਲਾਂ 'ਚ 50% ਰਕਬੇ ਵਿੱਚ ਅੱਗ ਲਾਉਣੀ ਬੰਦ ਕਰ ਦਿੱਤੀ ਹੈ। ਤਾਂ ਮੈਂ ਚਾਹਣਾ ਕਿ ਆਪਾਂ ਐਰਕੀ ਹੋਰ ਉਪਰਾਲਾ ਕਰੀਏ, ਕਿਉਂਕਿ ਤੁਹਾਡੇ ਕੋਲ ਮਸ਼ੀਨਾਂ ਅਸੀਂ ਉਪਲਬਧ ਕਰਾਤੀਆਂ। ਸਾਡੀ ਆਈ ਖੇਤ ਐਪ ਹੈਗੀ ਹੈ, ਅਗਰ ਤੁਹਾਨੂੰ ਮਸ਼ੀਨ ਦੀ ਲੋੜ ਹੈ ਉਸ ਐਪ ਨੂੰ ਤੁਸੀਂ ਆਪਣੇ ਮੋਬਾਈਲ 'ਚ ਡਾਊਨਲੋਡ ਕਰਕੇ ਇਹ ਪਤਾ ਲਾ ਸਕਦੇ ਹੋ ਵੀ ਮੇਰੇ ਲਾਗੇ ਕਿਹੜੀ ਮਸ਼ੀਨ ਹੈ, ਅਤੇ ਮੈਂ ਉਸ ਬੰਦੇ ਨਾਲ ਤੁਹਾਡਾ ਉਹਦੇ ਮੋਬਾਈਲ ਨੰਬਰ ਵੀ ਹੈਗਾ, ਤੁਸੀਂ ਉਹਨੂੰ ਗੱਲ ਕਰਕੇ ਟਾਈਮ ਫਿਕਸ ਕਰਕੇ ਆਪਣੀ ਬਿਜਾਈ ਕਰਾ ਸਕਦੇ ਹੋ। ਸੁਪਰ ਸੀਡਰ ਹੈ ਜਾਂ ਹੈਪੀ ਸੀਡਰ ਹੈ ਜਾਂ ਤੁਹਾਡਾ ਕੋਈ ਵੀ ਹੋਰ ਮਲਚਰ ਹੈ, ਇਹ ਸਾਰੀਆਂ ਮਸ਼ੀਨਾਂ ਤੁਹਾਨੂੰ ਉਸ ਐਪ ਰਾਹੀਂ ਉਪਲਬਧ ਨੇ। ਤੁਹਾਨੂੰ ਵੈਸੇ ਤਾਂ ਕਿਸਾਨਾਂ ਨੂੰ ਸਾਰੇ ਨੂੰ ਪਤਾ ਹੀ ਹੈ ਵੀ ਮੇਰੇ ਪਿੰਡ 'ਚ ਕਿਹੜੀਆਂ ਮਸ਼ੀਨਾਂ ਨੇ, ਮੇਰੇ ਨਾਲ ਦੇ ਕਿਹੜੀਆਂ ਮਸ਼ੀਨਾਂ ਨੇ। ਇਸ ਲਈ ਬਜਾਏ ਕਿ ਆਪਾਂ ਵਾਤਾਵਰਨ ਨੂੰ ਅੱਗ ਲਾ ਕੇ ਇਹਦੇ 'ਚ ਕੁਝ ਦੂਸ਼ਣ ਹੋਵੇ, ਆਪਾਂ ਰਲ ਕੇ ਇੱਕ ਉਪਰਾਲਾ ਕਰੀਏ। ਬਾਬੇ ਨਾਨਕ ਦਾ ਜਿਹੜਾ ਕਥਨ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹਦੇ 'ਤੇ ਪਹਿਰਾ ਦਿੰਦੇ ਹੋਏ ਆਪਾਂ ਇਹਨਾਂ, ਕਿਉਂਕਿ ਅੱਗ ਲਾਉਣ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੁੰਦਾ, ਨਾਲ ਸਾਡੇ ਆਪਦੇ ਜੀਆਂ ਨੂੰ ਬਿਮਾਰੀ ਹੁੰਦੀ, ਕਿਉਂਕਿ ਜਿਹੜਾ ਬੰਦਾ ਅੱਗ ਲਾ ਰਿਹਾ ਸਭ ਤੋਂ ਪਹਿਲਾਂ ਤਾਂ ਉਹਦੇ ਸਾਹ ਚੱਕ ਜਾਣੇ, ਧੂੰਆਂ ਜਾਣਾ। ਅਤੇ ਮੈਨੂੰ ਲੱਗਦਾ ਵੀ ਐਰਕੀ ਕਿਸਾਨ ਵੀਰਾਂ ਨੇ ਕਾਫੀ, ਹੁਣ ਤੱਕ ਦਾ ਜਿਹੜਾ ਡਾਟਾ ਸਾਡੇ ਕੋਲ ਆ ਰਿਹਾ ਉਹ 'ਚ ਕਾਫੀ ਸਾਡੇ ਕੋਲ 30% ਓਵਰਆਲ ਜਿਹੜੀ ਹੈ ਉਹ ਵਾਢੀ ਹੋ ਚੁੱਕੀ ਹੈ। ਅਤੇ ਅੱਗ ਦੇ ਇੰਸੀਡੈਂਟ ਅੱਗੇ ਨਾਲੋਂ ਕਈ ਜ਼ਿਲ੍ਹਿਆਂ 'ਚ ਘੱਟ ਨੇ, 1-2 ਜ਼ਿਲ੍ਹਿਆਂ 'ਚ ਅੰਮ੍ਰਿਤਸਰ ਤਾਂ ਉੱਧਰ ਵੱਧ ਵੀ ਨੇ, ਪਰ ਉੱਧਰ ਬਿਜਾਈ ਵਾਢੀ ਵੀ 75% ਹੋ ਚੁੱਕੀ ਹੈ। ਸੋ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ। ਮਸ਼ੀਨਾਂ ਤੁਹਾਡੇ ਕੋਲ ਅਵੇਲੇਬਲ ਨੇ, ਸਾਡੇ ਬਲਾਕ ਖੇਤੀਬਾੜੀ ਅਫਸਰਾਂ ਨਾਲ, ਸਾਡੇ ਖੇਤੀਬਾੜੀ ਵਿਕਾਸ ਅਫਸਰਾਂ ਨਾਲ, ਸਾਡੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਜਾਂ ਆਤਮਾ ਦੇ ਸਟਾਫ ਨਾਲ ਤਾਲਮੇਲ ਕਰੀਏ ਆਪਾਂ। ਡਾਕਟਰ ਸਾਹਿਬ, ਕਈ ਵਾਰੀ ਨਾ ਕਿਸਾਨ ਕਹਿੰਦਾ ਹੈ ਕਿ ਮੈਂ ਛੋਟਾ ਜ਼ਿਮੀਂਦਾਰ ਹਾਂ, ਮਸ਼ੀਨਾਂ ਮੈਂ ਕਿੱਥੋਂ ਲਵਾਂ, ਕਿਉਂਕਿ ਮਸ਼ੀਨ ਬੜੀ ਮਹਿੰਗਾ ਸੌਦਾ ਹੈ। ਇੱਕ ਮਸ਼ੀਨ ਲੈਣੀ ਤੇ 2-2.5 ਲੱਖ ਰੁਪਈਆ ਵੀ ਲੱਗ ਜਾਂਦਾ ਕਈਆਂ ਮਸ਼ੀਨਾਂ ਤੇ। ਸੋ ਤੁਸੀਂ ਕੋਈ ਉਪਰਾਲੇ ਕਰਨ ਤਾਂ ਕਿ ਛੋਟੇ ਤੇ ਸਮਾਜ ਕਿਸਾਨ, ਕੋਆਪਰੇਟਿਵ ਸੁਸਾਇਟੀਆਂ ਨੂੰ ਅਤੇ ਸਾਡੇ ਕਸਟਮ ਹਾਇਰਿੰਗ ਸੈਂਟਰ ਵੱਖ-ਵੱਖ ਪਿੰਡਾਂ ਦੇ ਵਿੱਚ ਖੁੱਲ੍ਹੇ ਹੋਏ ਨੇ। ਇਸ ਤੋਂ ਇਲਾਵਾ ਅਸੀਂ ਇਸ ਵਾਰ ਬਲਾਕਾਂ ਦੇ ਵਿੱਚ ਵੀ ਲਗਭਗ 2-2, 3-3 ਮਸ਼ੀਨਾਂ ਉਪਲਬਧ ਕਰਾਤੀਆਂ, ਤਾਂ ਜੋ ਕਿਸਾਨ ਵੀਰ ਸਾਡੇ ਬਲਾਕ 'ਚੋਂ ਲੈ ਜਾਣ। ਹਰ ਇੱਕ ਬਲਾਕ 'ਚ ਆਉਣਗੇ ਮਸ਼ੀਨਾਂ ਜੀ? ਸਾਰਿਆਂ ਬਲਾਕਾਂ ਦੇ ਵਿੱਚ 2-2, 3-3 ਮਸ਼ੀਨਾਂ ਉਪਲਬਧ ਹੋਣਗੀਆਂ। ਜਿੱਥੇ ਕਿਸਾਨ ਨੂੰ ਬੱਸੋਂ ਨਹੀਂ ਮਿਲਦੀ, ਸਾਡੇ ਤੋਂ ਬਲਾਕ 'ਚੋਂ ਲੈ ਜਾਣ ਅਤੇ ਨਾਲ ਦੀ ਨਾਲ ਸਾਨੂੰ ਬਿਜਾਈ ਕਰਕੇ ਵਾਪਸ ਕਰ ਜਾਣ। ਇਹ ਜ਼ਰੂਰ ਇੰਨਾ ਕੁ ਸਾਡੀ, ਉਹਦਾ ਕੋਈ ਕਿਰਾਇਆ ਕਰੂਆ ਵੀ ਲੈਣਗੇ ਜਾਂ? ਬਿਲਕੁਲ, ਅਸੀਂ ਕੋਈ ਕਿਰਾਇਆ ਨਹੀਂ ਲਵਾਂਗੇ ਉਹਦਾ, ਅਤੇ ਉਹ ਕਿਸਾਨਾਂ ਲਈ ਮੁਫਤ ਹੋਏਗਾ। ਇਹ ਤਾਂ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ, ਤਾਂ ਮੈਨੂੰ ਲੱਗਦਾ ਵੀ ਐਰਕੀ ਕਿਸਾਨ ਇਸ ਚੀਜ਼ ਦਾ ਲਾਭ ਲੈਣਗੇ ਅਤੇ ਸੁਪਰ ਸੀਡਰ ਜਾਂ ਹੋਰ ਮਸ਼ੀਨਾਂ ਸਾਡੇ ਬਲਾਕਾਂ ਦੇ ਵਿੱਚ ਉਪਲਬਧ ਨੇ। ਬਹੁਤ ਚੰਗੀ ਗੱਲ ਹੈ। ਮੈਡਮ, ਤੁਸੀਂ ਬਲਾਕ ਖੇਤੀਬਾੜੀ ਅਫਸਰ ਔਰ ਨਾਲ ਖੇਤੀਬਾੜੀ ਅਫਸਰ ਬੀਜ ਹੋ ਜ਼ਿਲ੍ਹਾ ਰੂਪਨਗਰ 'ਚ, ਤੁਹਾਡੇ ਬਲਾਕ ਦੇ ਵਿੱਚ ਪਰਾਲੀ ਨੂੰ ਬਚਾਉਣ ਦਾ ਰੁਝਾਨ ਕਿੰਨਾ ਕੁ ਪ੍ਰਫੁੱਲਤ ਹੋਣ ਡਿਆ? ਕੀ ਕਿਸਾਨ ਅਗਾਂਹ ਵੱਧ ਕੇ ਪਰਾਲੀ ਨੂੰ ਜ਼ਮੀਨ 'ਚ ਵਾਹਣ ਦੀ ਕੋਸ਼ਿਸ਼ ਕਰ ਰਹੇ ਨੇ? ਬਿਲਕੁਲ ਸਰ, ਅਸੀਂ ਉਹਨਾਂ ਦੇ ਨਾਲ ਹੀ, ਸਾਡੇ ਨਾਲ ਇੱਥੇ ਦੇ ਪਿੰਡ ਖਾਬੜੇ ਦੇ ਜੇ ਸਰਦਾਰ ਤਲਵਿੰਦਰ ਸਿੰਘ ਜੀ ਨਾਲ ਖੜੇ ਨੇ। ਇਹਨਾਂ ਦੇ ਤਕਰੀਬਨ 60 ਤੋਂ 65 ਕਿੱਲੇ ਜਿਹੜੇ ਹੈਗੇ ਨੇ ਇਹ ਖੇਤੀ ਕਰਦੇ ਨੇ, ਅਤੇ ਤਕਰੀਬਨ ਪਿਛਲੇ 10 ਸਾਲਾਂ ਤੋਂ ਜਿਹੜੇ ਨੇ ਇਹ ਪਰਾਲੀ ਆਪਣੀ ਖੇਤ ਦੇ ਵਿੱਚ ਵਾਹ ਕੇ ਵਿੱਚ ਮਿਕਸ ਕਰ ਰਹੇ ਨੇ, ਔਰ ਬਹੁਤ ਵਧੀਆ ਇਹਨਾਂ ਦਾ ਐਕਸਪੀਰੀਅੰਸ ਆ। ਮਤਲਬ ਕਿ ਇਹਨਾਂ ਨੇ ਖੁਦ ਕਿਹਾ ਕਿ ਸਾਡੀ ਜਿਹੜੀ ਜ਼ਮੀਨ ਆ ਪਹਿਲਾਂ ਨਾਲ ਹੋਰ ਵੀ ਕਿਤੇ ਜ਼ਿਆਦਾ ਵਧੀਆ ਹੋ ਗਈ ਹੈਗੀ ਹੈ। ਬਿਲਕੁਲ ਜੀ, ਇਹ ਚਾਹੇ ਬਲਾਕ ਦੀ ਗੱਲ ਹੈ ਚਾਹੇ ਪਿੰਡਾਂ ਦੀ ਗੱਲ ਹੈ, ਡਾਕਟਰ ਸਾਹਿਬ ਖੁਦ ਅੱਜ ਖੇਤਾਂ 'ਚ ਖੜੇ ਨੇ, ਔਰ ਮੈਂ ਸਮਝਦਾ ਕਿ ਇਹ ਇੱਕ ਉਹਨਾਂ ਕਿਸਾਨਾਂ ਵਾਸਤੇ ਵੀ ਇੱਕ ਰਾਹ ਦਸੇਰਾ ਹੈ ਕਿ ਜੇ ਡਾਕਟਰ ਸਾਹਿਬ ਖੁਦ ਖੇਤਾਂ 'ਚ ਆ ਕੇ ਇਹ ਉਪਰਾਲੇ ਕਰ ਸਕਦੇ ਨੇ ਅਤੇ ਸਾਨੂੰ ਜਾਣਕਾਰੀ ਦੇ ਸਕਦੇ ਨੇ, ਅਤੇ ਆਪਾਂ ਵੀ ਅੱਗੇ ਵੱਧ ਕੇ ਇਹ ਜਿਹੜਾ ਪਰਾਲੀ ਰੂਪੀ ਸਰਮਾਇਆ ਹੈ ਇਹਨੂੰ ਬਚਾ ਕੇ ਤੇ ਕਣਕ ਦੀ ਸੁਧਰੀ ਕਾਸ਼ ਕਰੀਏ। ਡਾਕਟਰ ਸਾਹਿਬ, ਹੁਣ ਕਣਕ ਦੀ ਬਿਜਾਈ ਆਪਾਂ ਕਰਨੀ ਹੈ ਤੇ ਸਾਨੂੰ ਖਾਦ ਵੀ ਚਾਹੀਦੀ ਹੈ। ਬਿਲਕੁਲ। ਸੋ ਖਾਦ ਦੇ ਕਿੱਦਾਂ ਦੇ ਇੰਤਜ਼ਾਮ ਆਪਾਂ ਕੀਤੇ ਨੇ ਤਾਂ ਕਿ ਕਿਸਾਨ ਨੂੰ ਖਾਦ ਮਿਲ ਸਕੇ? ਹਾਂਜੀ, ਖਾਦ ਦੇ ਪੂਰੇ ਪ੍ਰਬੰਧ ਕੀਤੇ ਨੇ ਜੀ। ਕਿਸਾਨ ਵੀਰ ਨਾ ਕਈ ਵਾਰ ਇਹ ਕਹਿੰਦੇ ਆ
ਵੀ ਮੈਂ ਰਕਬਾ ਤਾਂ ਅਜੇ ਨਵੰਬਰ ਦੇ ਐਂਡ ਤੇ ਬੀਜਣਾ ਹੈ ਜਾਂ ਮੈਂ ਨਵੰਬਰ ਦੇ ਅੱਧ 'ਚ ਬੀਜਣਾ ਹੈ, ਤੇ ਖਾਦ ਹੁਣੇ ਹੀ ਲੈ ਕੇ ਘਰੇ ਰੱਖ ਲਾਂ। ਇਸ ਤਰ੍ਹਾਂ ਨਾ ਕਰਨ। ਸਾਡੀ ਰੈਗੂਲਰ ਸਪਲਾਈ ਖਾਦ ਦੀ ਰੈਕ ਆ ਰਹੇ ਨੇ, ਤੇ ਜਿੰਨੇ ਕਿੱਲੇ ਤੁਸੀਂ ਬੀਜਣੀ ਆ ਓਨੀ ਖਾਦ ਲੈ ਕੇ ਇੱਕ ਵਾਰੀ ਬੀਜੋ। ਸਾਡੇ ਕੋਲ ਪੂਰੇ 5.5 ਲੱਖ ਟਨ ਦੀ ਸਾਨੂੰ ਪੰਜਾਬ 'ਚ ਲੋੜ ਹੈ, ਤੇ 13 ਲੱਖ ਟਨ ਯੂਰੀਆ ਤੇ 2.5 ਲੱਖ ਟਨ ਸਾਨੂੰ ਚਾਹੀਦੀ ਹੈ ਇਸ ਸਮੇਂ 5.5 ਲੱਖ ਟਨ ਚਾਹੀਦੀ ਸਾਨੂੰ DAP ਜੀ। ਤੇ ਉਹ ਸਾਡੇ ਕੋਲ ਪੂਰੀਆਂ ਉਪਲਬਧ ਨੇ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਤੇ ਖਾਦਾਂ ਦੀ ਵਰਤੋਂ ਬਿਲਕੁਲ ਸਿਫਾਰਿਸ਼ ਅਨੁਸਾਰ ਕਰਨ, ਵੱਧ ਖਾਦਾਂ ਨਾ ਪਾਉਣ। ਵੱਧ ਖਾਦਾਂ ਨਾਲ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ। ਤਾਂ ਖਾਦਾਂ ਤੁਹਾਨੂੰ ਕੋਆਪਰੇਟਿਵ ਸੁਸਾਇਟੀਆਂ ਰਾਹੀਂ, ਤੁਹਾਨੂੰ ਪ੍ਰਾਈਵੇਟ ਡੀਲਰਾਂ ਰਾਹੀਂ ਪੂਰੀਆਂ ਉਪਲਬਧ ਹੋਣਗੀਆਂ। ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਡਾਕਟਰ ਗੁਰਿੰਦਰ ਸਿੰਘ ਜੀ, ਹੁਣ ਖਾਦਾਂ ਦਾ ਇੰਤਜ਼ਾਮ ਤੁਸੀਂ ਕਰ ਲਿਆ, ਬੀਜ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਤੇ ਵੀ ਮੁਹੱਈਆ ਕਰਾਉਣ ਦੇ ਹੋ। ਅੱਛਾ, ਹੁਣ ਗੱਲ ਇਹਦੀ ਆਉਂਦੀ ਹੈ ਕਿ ਇਹਨਾਂ ਸਾਰੀਆਂ ਵਸਤਾਂ ਦੀ ਕੁਆਲਿਟੀ ਵੀ ਚਾਹੀਦੀ ਹੈ, ਔਰ ਕੁਆਲਿਟੀ ਕੰਟਰੋਲ ਦਾ ਵੀ ਪੂਰਾ ਜਿਹੜਾ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਵਿਭਾਗ ਦੀ, ਤਾਂ ਕਿ ਕਿਸਾਨ ਨੂੰ ਸਹੀ ਖਾਦ ਦਵਾਈ ਜਿਹੜੀ ਹੈ, ਬੀਜ ਜਿਹੜਾ ਉਹ ਮੁਹੱਈਆ ਹੋ ਸਕੇ। ਇਸ ਪੱਖੋਂ ਕਿਉਂਕਿ ਸਮਾਂ ਜਦੋਂ ਚੱਲਦਾ ਨਾ, ਜਦੋਂ ਕਾਹਲੀ 'ਚ ਕੰਮ ਹੁੰਦਾ ਹੈ, ਤੇ ਕਈ ਵਾਰੀ ਜਿਹੜੇ ਅਜਿਹੇ ਅਨਸਰ ਨੇ ਜਿਹੜੇ ਕਿ ਜਾਤੀ ਮਫਾਦ ਵਾਸਤੇ, ਫਾਇਦਾ ਜ਼ਿਆਦਾ ਆਪਣੇ ਖੱਟਣ ਵਾਸਤੇ ਗਲਤ ਚੀਜ਼ਾਂ ਵੀ ਵੇਚ ਦਿੰਦੇ ਨੇ। ਸੋ ਉਸ ਪੱਖੋਂ ਤੁਸੀਂ ਕਿੱਦਾਂ ਦੇ ਉਪਰਾਲੇ ਕੀਤੇ ਨੇ? ਬਿਲਕੁਲ, ਸਾਡੇ ਜ਼ਿਲ੍ਹੇ ਲੈਵਲ ਦੇ ਤੇ ਸਟੇਟ ਲੈਵਲ ਦੇ ਫਲਾਈਂਗ ਸਕੁਐਡ ਬਣੇ ਹੋਏ ਨੇ। ਪਿਛਲੇ ਦਿਨ ਅਸੀਂ ਸੰਗਰੂਰ ਜ਼ਿਲ੍ਹੇ 'ਚ ਵੀ ਕਾਫੀ ਉੱਥੇ ਛਾਪਾ ਮਾਰਿਆ, ਤੇ ਲੁਧਿਆਣੇ 'ਚ ਵੀ ਸੈਂਪਲ ਭਰੇ ਗਏ। ਤਾਂ ਇਹ ਸਾਡੀਆਂ ਟੀਮਾਂ ਲਗਾਤਾਰ ਵਿਜ਼ਿਟ ਕਰ ਰਹੀਆਂ ਨੇ, ਤੇ ਫਿਰ ਸੈਂਪਲ ਵਾਲੇ ਗਰਾਊਂਡਾਂ ਦੀਆਂ ਸੇਲਾਂ ਵੀ ਬੰਦ ਕੀਤੀਆਂ ਗਈਆਂ ਨੇ। ਤਾਂ ਇਹ ਕਿਸਾਨਾਂ ਨੂੰ ਅਸੀਂ ਪੂਰੀ ਕੁਆਲਿਟੀ ਮੁਹੱਈਆ ਕਰਾਉਣ ਦਾ ਯਤਨ ਕਰ ਰਹੇ ਹਾਂ ਜੀ, ਤੇ ਇਹ ਪੂਰੀ ਕੁਆਲਿਟੀ ਕਿਸਾਨਾਂ ਨੂੰ ਮੁਹੱਈਆ ਰਹੇਗੀ। ਕੀ ਬਾਤ ਹੈ। ਸੋ ਇਸ ਪੱਖੋਂ ਉਪਰਾਲੇ ਜਿਹੜੇ ਨੇ ਉਹ ਪੂਰੇ ਕੀਤੇ ਜਾ ਰਹੇ ਨੇ, ਤਾਂ ਕਿ ਕਿਸਾਨ ਜਿਹੜਾ ਕੁਆਲਿਟੀ ਚੀਜ਼ ਜਿਹੜੀ ਉਹਨੂੰ ਮੁਹੱਈਆ ਹੋਵੇ। ਡਾਕਟਰ ਗੁਰਿੰਦਰ ਸਿੰਘ ਜੀ, ਹੁਣ ਕਈ ਵਾਰੀ ਜਦੋਂ ਅਸੀਂ ਜ਼ਮੀਨੀ ਹਕੀਕਤ ਦੀ ਗੱਲ ਕਰਨੇ ਆ, ਤੇ ਕਿਸਾਨ ਜਿਹੜਾ ਉਹ ਖਾਦ ਦਵਾਈ ਬੀਜ ਦੀ ਖਰੀਦ ਕਰਦਾ। ਕਈ ਵਾਰੀ ਕਿਸਾਨ ਜਿਹੜਾ ਮੌਕੇ ਦੇ ਉੱਤੇ ਗਲਤੀ ਕਰ ਪੈਂਦਾ ਹੈ, ਕਈ ਵਾਰੀ ਕਿਸਾਨ ਨੂੰ ਸਹੀ ਚੀਜ਼ ਨਹੀਂ ਮਿਲਦੀ। ਉਹਨਾਂ ਹਾਲਾਤਾਂ 'ਚ ਕਿਸਾਨ ਨੂੰ ਕੀ ਕਰਨਾ ਚਾਹੀਦਾ, ਕਿਵੇਂ ਉਹਨੂੰ ਕਿੱਥੇ ਰਿਪੋਰਟ ਕਰਨੀ ਚਾਹੀਦੀ ਹੈ, ਕਿਵੇਂ, ਕਿਉਂਕਿ ਇਹ ਜਿਹੜੀ ਬੜੀ ਜ਼ਰੂਰੀ ਹੁੰਦੀਆਂ। ਕਈ ਵਾਰੀ ਕਿਸਾਨ ਅਣਗੌਲਿਆਂ ਕਰ ਦਿੰਦਾ ਛੋਟੀ ਛੋਟੀ ਗੱਲਾਂ ਨੂੰ, ਚਾਹੇ ਉਹ ਬਿੱਲ ਦੀ ਗੱਲ ਹੈ, ਚਾਹੇ ਕੋਈ ਚੰਗੀ ਸ਼ਹਿ ਦੀ ਗੱਲ ਹੈ। ਕਈ ਵਾਰੀ ਪਿੰਡਾਂ ਦੇ ਵਿੱਚ ਵੀ ਚੀਜ਼ਾਂ ਮਿਲ ਜਾਂਦੀਆਂ। ਸੋ ਇਹ ਸਾਰਾ ਕੰਮ ਜਿਹੜਾ ਤੁਹਾਡੇ ਜ਼ਿੰਮੇਵਾਰੀ ਹੈਗੀ, ਕੀ ਕਹਿਣਾ ਚਾਹੋਗੇ? ਬਿਲਕੁਲ, ਇਹ ਹੈ ਜੀ, ਮੈਂ ਪਹਿਲਾਂ ਵੀ ਆਪਾਂ ਗੁਲਾਟੀ ਸਾਹਿਬ ਗੱਲ ਕਰ ਚੁੱਕੇ ਹਾਂ। ਬੀਜ, ਖਾਦ ਤੇ ਕੀਟਨਾਸ਼ਕ ਜ਼ਹਿਰਾਂ ਕਿਸਾਨ ਵੀਰ ਕਦੀ ਵੀ ਬਿੱਲ ਤੋਂ ਬਗੈਰ ਨਾ ਲੈਣ, ਤੇ ਬਿੱਲ ਦੇ ਨਾਲ ਸ਼ੀਸ਼ੀ ਦਾ ਬੈਚ ਜ਼ਰੂਰ ਮਿਲਾ ਲੈਣ, ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਵਾਕਈ ਜਿਹੜਾ ਉਹ ਭਰ ਰਿਹਾ ਤਾਂ ਉਹ ਤੁਹਾਨੂੰ ਸਹੀ ਮਟੀਰੀਅਲ ਮਿਲ ਰਿਹਾ। ਜੇਕਰ ਉਹ ਇੱਥੇ ਇਹਨਾਂ ਚੀਜ਼ਾਂ 'ਚ ਗੜਬੜ ਹੁੰਦੀ ਹੈ, ਤਾਂ ਸੋ ਕਿਸਾਨ ਵੀਰ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਬਿੱਲ ਲੈਣਾ, ਜੇ ਬਿੱਲ ਦੇ ਉੱਤੇ ਉਹਦੇ ਪੂਰਾ ਨਾਂ ਪਾਰਟੀਕੂਲਰ ਦਾ ਕਿਸਾਨ ਦਾ ਵੀ ਲਿਖਿਆ ਹੋਵੇ, ਦਵਾਈ ਦਾ ਨਾਂ ਵੀ ਲਿਖਿਆ ਹੋਵੇ, ਉਹਦੀ ਮਾਤਰਾ ਕਿੰਨੀ ਹੈ, ਕਿੰਨੀ ਪੈਕਿੰਗ ਹੈ, ਹਰ ਚੀਜ਼ ਪੜ੍ਹ ਕੇ ਲਓਗੇ ਤੁਸੀਂ। ਜੇ ਤੁਹਾਨੂੰ ਮੰਨ ਲਓ ਕੋਈ ਸਾਡੇ ਕਿਸਾਨ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਤਾਂ ਆਪਣੇ ਅੱਜ ਕੱਲ੍ਹ ਸਾਰੇ ਬੱਚੇ ਪੜ੍ਹੇ ਲਿਖੇ, ਮੋਬਾਈਲ ਦਾ ਯੁੱਗ ਹੈ, ਕੋਈ ਦਿੱਕਤ ਨਹੀਂ, ਆਪ ਮੋਬਾਈਲ 'ਤੇ ਆਪਣੇ ਬੱਚਿਆਂ ਨੂੰ ਚੈੱਕ ਕਰਾ ਲੈਣ। ਸੋ ਮੈਨੂੰ ਲੱਗਦਾ ਵੀ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਆਪਾਂ ਨੂੰ ਕਰਨ ਦੀ ਲੋੜ ਹੈ। ਔਰ ਮੈਂ ਸਮਝਦਾ ਕਿ ਛੋਟਾ ਜਿਹਾ ਧਿਆਨ, ਥੋੜ੍ਹਾ ਜਿਹਾ ਧਿਆਨ ਜਦੋਂ ਆਪਾਂ ਦਿੰਦੇ ਹਾਂ, ਤੇ ਫਿਰ ਇਹ ਜਿਹੜੀਆਂ ਸਮੱਸਿਆਵਾਂ ਆਪਾਂ ਨੂੰ ਆ ਸਕਦੀਆਂ, ਉਹ ਤੋਂ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਡਾਕਟਰ ਗੁਰਿੰਦਰ ਸਿੰਘ ਜੀ, ਹੁਣ ਇੱਕ ਗੱਲ ਹੋਰ ਬੜੀ ਜ਼ਰੂਰੀ ਇਹ ਵੀ ਲੋੜੀਂਦੀ ਹੈ ਕਿ ਆਪਾਂ ਖੇਤੀ ਦੇ ਵਿੱਚ ਵਿਭਿੰਨਤਾ ਵੀ ਲਿਆਉਣੀ ਹੈ। ਇਹ ਵੀ ਮਹਿਕਮੇ ਦਾ ਬੜਾ ਵੱਡਾ ਟੀਚਾ ਹੈ, ਤਾਂ ਕਿ ਅਸੀਂ ਹੋਰ ਫਸਲਾਂ ਦੀ ਕਾਸ਼ਤ ਵੀ ਕਰੀਏ, ਕਿਸਾਨ ਵੀਰਾਂ, ਕਿਸਾਨ ਭੈਣਾਂ ਨੂੰ ਸਿਖਲਾਈਆਂ ਵੀ ਦਈਏ, ਤਾਂ ਕਿ ਉਹ ਆਪਣੀ ਜਿਹੜਾ ਮੌਜੂਦਾ ਖੇਤੀ ਦਾ ਸਿਸਟਮ ਹੈ ਉਹਨੂੰ ਬਦਲ ਸਕਣ, ਖੇਤੀ 'ਚ ਆਮਦਨ ਵੱਧ ਸਕੇ। ਸੋ ਉਸ ਪੱਖੋਂ ਤੁਹਾਡਾ ਵਿਭਾਗ ਕੀ ਉਪਰਾਲੇ ਕਰਨ ਹੈ, ਤਾਂ ਕਿ ਇਸ ਮਾਧਿਅਮ ਰਾਹੀਂ ਕਿਸਾਨ ਨੂੰ ਪਤਾ ਲੱਗੇ ਤੇ ਉਹ ਸਿਖਲਾਈ ਲੈ ਕੇ ਹੋਰ ਉਪਰਾਲੇ ਕਰਕੇ ਅੱਗੇ ਵੱਧ ਸਕਣ? ਅਸੀਂ ਨਾ ਜੀ ਕਿਸਾਨਾਂ ਨੂੰ ਆਤਮਾ ਸਕੀਮ ਰਾਹੀਂ ਵੱਖ-ਵੱਖ ਸਿਖਲਾਈ ਪ੍ਰੋਗਰਾਮ ਕਰਾਉਣੇ ਆ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਹੈ ਜਾਂ ਦੂਜੇ ਸੰਸਥਾਨ 'ਚ। ਕਈ ਵਾਰੀ ਕੁਝ ਕਿਸਾਨਾਂ ਦੇ ਅਸੀਂ ਵਿਦਿਅਕ ਦੌਰੇ ਵੀ ਕਰਾਉਣੇ ਆ, ਤਾਂ ਕਿ ਉਹ ਕਿਸਾਨ ਦੇਖ ਸਕਣ ਜਿਹੜੀ ਉਹ ਸੰਸਥਾ ਦੇ ਵਿੱਚ ਕੋਈ ਤਕਨੀਕ ਨਵੀਂ ਇਜਾਦ ਹੋਈ ਹੈ, ਉਹ ਕਿਸਾਨ ਨੂੰ ਕਿਵੇਂ ਫਾਇਦਾ ਦੇ ਰਹੀ ਹੈ। ਇਸ ਤੋਂ ਇਲਾਵਾ ਅਸੀਂ ਕਿਸਾਨ ਨੂੰ ਕਿਸਾਨ ਦੇ ਖੇਤ 'ਚ ਵੀ ਪ੍ਰੋਗਰੈਸਿਵ ਕਿਸਾਨ ਦੇ ਖੇਤ 'ਚ ਵੀ ਲਿਜਾ ਕੇ ਦਿਖਾਉਣੇ ਆ ਵੀ ਆਹ ਦੇਖ ਲਓ, ਤੁਹਾਡੇ ਵਰਗੀ ਖੇਤੀ ਹੈ, ਤੁਹਾਡੇ ਵਰਗਾ ਬੰਦਾ ਹੈ, ਪਰ ਇੱਕ ਪ੍ਰੋਗਰੈਸਿਵ ਕਿਸਾਨ ਇੱਕ ਤਰੀਕੇ ਨਾਲ ਕਰਕੇ ਆਪਣਾ ਆਮਦਨ ਨੂੰ ਵਧਾ ਰਿਹਾ। ਤਾਂ ਮੈਨੂੰ ਲੱਗਦਾ ਵੀ ਇਹ ਸਿਖਲਾਈ ਪ੍ਰੋਗਰਾਮ ਜਿਹੜੇ ਨੇ, ਸਾਡੇ ਜ਼ਿਲ੍ਹਾ ਸਿਖਲਾਈ ਕੈਂਪ ਨੇ, ਬਲਾਕ ਪੱਧਰ ਦੇ ਸਿਖਲਾਈ ਕੈਂਪ ਨੇ, PAU ਦੇ ਕਿਸਾਨ ਮੇਲੇ ਨੇ, ਇਹ ਸਾਰਿਆਂ ਦਾ ਲਾਭ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ, ਔਰ ਕਾਫੀ ਕਿਸਾਨ ਲੈਂਦੇ ਨੇ। ਤਾਂ ਮੈਨੂੰ ਲੱਗਦਾ ਵੀ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਟ੍ਰੇਨਿੰਗ ਲੈ ਕੇ ਅਗਰ ਤੁਸੀਂ ਕੰਮ ਕਰੋਗੇ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ।
ਬਿਲਕੁਲ ਜੀ, ਸਿਖਲਾਈ ਜਿਹੜੀ ਹੈ ਉਹ ਮੁੱਢਲਾ ਪੜਾਅ ਹੈ, ਪੌੜੀ ਹੈ, ਤੇ ਫਿਰ ਅਸੀਂ ਜਦੋਂ ਸਿਖਲਾਈ ਲੈਂਦੇ ਹਾਂ ਤੇ ਫਿਰ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਣ ਦੀ ਸਾਡੇ ਵਾਸਤੇ ਗੁੰਜਾਇਸ਼ ਵੱਧ ਜਾਂਦੀ ਹੈ। ਡਾਕਟਰ ਗੁਰਿੰਦਰ ਸਿੰਘ ਜੀ, ਇੱਕ ਹੋਰ ਬੜੀ ਸਮੱਸਿਆ ਜਿਹੜੀ ਸਾਡੇ ਪਿੰਡਾਂ 'ਚ ਆਮ ਤੌਰ 'ਤੇ ਵੇਖਣ ਨੂੰ ਮਿਲਦੀ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਖੇਤੀ ਤੋਂ ਭੱਜਣ ਡੇ ਨੇ ਔਰ ਬਾਹਰਲੇ ਮੁਲਕਾਂ 'ਚ ਜਾਣ ਡੇ ਨੇ। ਠੀਕ ਹੈ, ਬਾਹਰਲੇ ਮੁਲਕਾਂ 'ਚ ਜਾਣਾ ਚੰਗੀ ਗੱਲ ਹੈ। ਸਾਡੇ ਨੌਜਵਾਨ ਜਿਹੜੇ ਨੇ ਕਿਵੇਂ ਤੁਹਾਡੇ ਵਿਭਾਗ ਨਾਲ ਜੁੜ ਸਕਦੇ ਨੇ, ਕਿਵੇਂ, ਚਾਹੇ ਉਹ ਵੱਖ-ਵੱਖ ਉਪਰਾਲੇ ਨੇ, ਚਾਹੇ ਸਹਾਇਕ ਧੰਦੇ ਨੇ, ਚਾਹੇ ਹੋਰ ਕਈ ਉਪਰਾਲੇ ਹੋ ਸਕਦੇ ਨੇ ਜਿਹੜੇ ਤੁਸੀਂ ਬਿਹਤਰ ਜਾਣਦੇ ਹੋਵੋਗੇ। ਅਸੀਂ ਵਿਭਾਗ ਵੱਲੋਂ ਡਾਇਵਰਸੀਫਿਕੇਸ਼ਨ ਪਾਲਿਸੀ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਬਾਹਰ ਜਾਣ ਦਾ ਰੁਝਾਨ ਹੈ, ਕਿਉਂਕਿ ਕਿਸਾਨਾਂ ਨੂੰ ਜੇ ਖੇਤੀ ਦੇ ਵਿੱਚ ਆਮਦਨ ਵਧੇਗੀ ਤੇ ਵੱਧ ਤੋਂ ਵੱਧ ਨਾਲ ਆਪਦੇ ਪ੍ਰੋਸੈਸਿੰਗ ਯੂਨਿਟਸ ਲਾਉਣਗੇ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ, FPO ਬਣਾ ਕੇ, ਤਾਂ ਉਹ ਰਲ ਕੇ ਕੰਮ ਕਰਨਗੇ। ਹਰਿਆਣੇ ਦੇ ਵਿੱਚ ਵੀ ਕਰ ਰਹੇ ਆ ਕੰਮ, ਪੰਜਾਬ 'ਚ ਵੀ ਕੁਝ ਕਰ ਰਹੇ ਆ ਔਰ ਉਹ ਬੜਾ ਵਧੀਆ ਆਮਦਨ ਲੈ ਰਹੇ ਆ, ਜਿਹਦੇ ਨਾਲ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਗੀ ਤੇ ਆਪਣੀ ਆਮਦਨ ਇੱਥੇ ਵਧਾ ਕੇ ਖੁਦ ਮਾਲਕ ਬਣ ਕੇ ਕੰਮ ਕਰ ਸਕਦੇ ਆ ਔਰ ਇੱਥੇ ਤੁਹਾਡੇ 'ਚ ਤੁਹਾਨੂੰ ਬੜੀ ਆਜ਼ਾਦੀ ਨਾਲ ਕੰਮ ਕਰ ਸਕਦੇ ਹੋ। ਬਾਹਰ ਜਾ ਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਆਉਂਦੀਆਂ, ਕਈ ਬੱਚਿਆਂ ਨੂੰ ਮੁਸ਼ਕਲਾਂ ਵੀ ਆਉਂਦੀਆਂ ਬਾਹਰ ਜਾ ਕੇ, ਤਾਂ ਇਸ ਕਰਕੇ ਮਾਪਿਆਂ ਨੂੰ ਵੀ ਮਗਰੋਂ ਚਿੰਤਾ ਰਹਿੰਦੀ ਵੀ ਮੇਰਾ ਬੱਚਾ ਬਾਹਰ ਗਿਆ ਹੋਇਆ ਔਰ ਸਾਰੀ ਉਮਰ ਮੁੜ ਕੇ ਨਹੀਂ ਆਉਣਾ। ਤਾਂ ਮੈਨੂੰ ਲੱਗਦਾ ਜੇ ਆਪਾਂ ਉਹ ਉਪਰਾਲੇ ਇੱਥੇ ਕਰੀਏ ਤੇ ਆਪਣੀ ਮਾਰਕੀਟ ਇੱਥੇ ਵਾਧੂ ਹੈ, ਸਾਨੂੰ ਸਿਰਫ ਲੱਭਣ ਦੀ ਲੋੜ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਅਸੀਂ ਇਹਨਾਂ ਵੱਖ-ਵੱਖ ਸੋਚਾਂ 'ਤੇ ਪਹਿਰਾ ਦਿਆਂਗੇ ਤੇ ਫਿਰ ਕਾਫੀ ਹੱਦ ਤੱਕ ਸਾਡੇ ਸਾਹਮਣੇ ਰਸਤੇ ਜਿਹੜੇ ਨੇ ਉਹ ਖੁੱਲ੍ਹਦੇ ਨਜ਼ਰ ਆਉਣਗੇ। ਡਾਕਟਰ ਗੁਰਿੰਦਰ ਸਿੰਘ ਜੀ, ਓਵਰਆਲ ਜੀ ਅੱਜ ਝਾਤ ਮਾਰੀਏ ਤੇ ਬਹੁਤੇ ਕਿਸਾਨ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਖੇਤੀ ਦੇ ਵਿੱਚ ਮੁਨਾਫਾਯੋਗ ਉਨੀ ਖੇਤੀ ਨਹੀਂ ਰਹੀ। ਖੇਤੀ ਜਿਹੜੀ ਏ ਉਹ ਘਾਟੇਵੰਦੀ ਸੌਦਾ ਬਣ ਗਈ ਏ ਔਰ ਕਈ ਕਿਸਾਨ ਅਜੇ ਵੀ ਹੈਗੇ ਨੇ ਜਿਹੜੇ ਕਿ ਚੰਗੇ ਪੈਸੇ ਵੀ ਕਮਾ ਰਹੇ ਨੇ। ਬਿਲਕੁਲ। ਸੋ ਕਿਤੇ ਨਾ ਕਿਤੇ ਗੈਪ ਹੈ। ਸੋ ਜਦੋਂ ਅਸੀਂ ਖੇਤੀ ਨੂੰ ਮੁਨਾਫੇਯੋਗ ਬਣਾਉਣਾ ਤੇ ਸਾਨੂੰ ਖਰਚੇ ਘਟਾਉਣੇ ਪੈਣਗੇ। ਇਹਦੇ 'ਚ ਬਿਲਕੁਲ ਜੀ ਖਰਚੇ ਘਟਾਉਣੇ ਪੈਣਗੇ। ਦੋ ਹੀ ਗੱਲਾਂ ਨੇ, ਇੱਕ ਤਾਂ ਖਰਚੇ ਘਟਾਉਣ ਲਈ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤੇ ਜਾਣਕਾਰੀ ਦਾ ਅਭਾਵ ਹੈ ਜਿਹੜਾ, ਇਹੀ ਸਾਨੂੰ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕੀਤੀ ਗੱਲ, ਇੱਕ ਪ੍ਰੋਗਰੈਸਿਵ ਕਿਸਾਨ ਤੇ ਇੱਕ ਜਿਹੜਾ ਘਾਟੇ ਵਾਲਾ ਕਿਸਾਨ ਹੈ ਉਹਦੇ 'ਚ ਇੰਨਾ ਹੀ ਫਰਕ ਹੈ। ਸਿਰਫ ਹਿੰਮਤ ਉੱਦਮ ਕਰਨ ਦੀ ਲੋੜ ਹੈ। ਜਿਹੜੇ ਉੱਦਮ ਕਰਦੇ ਨੇ ਮੁਸ਼ਕਲਾਂ ਆਉਂਦੀਆਂ ਨੇ, ਪਰ ਅਗਰ ਮੁਸ਼ਕਲਾਂ ਨੂੰ ਸਰ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਫਿਰ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਔਰ ਜਦੋਂ ਅਸੀਂ ਗੱਲ ਸ਼ੁਰੂਆਤੀ ਦੌਰ ਦੀ ਗੱਲ ਕਰਨੇ ਆ, ਚਾਹੇ ਆਪਾਂ ਖਾਦਾਂ ਦੇ ਖਰਚਿਆਂ ਦੀ ਗੱਲ ਕਰਨੇ ਆ, ਔਰ ਖਾਦਾਂ ਦੇ ਖਰਚਿਆਂ ਦੇ ਵਿੱਚ ਵੀ ਸਾਡੇ ਕੋਲ ਬੜਾ ਵਧੀਆ ਉਪਰਾਲਾ ਤੁਹਾਡਾ ਮਹਿਕਮਾ ਸਹੂਲਤ ਦੇਣ ਡਿਆ ਔਰ ਆਪਾਂ ਸਹੂਲਤਾਂ ਦੀ ਜ਼ਿਕਰ ਕਰਨ ਡੇ ਆ ਕਿ ਮਿੱਟੀ ਪਰਖ ਦਾ ਵੀ ਉਪਰਾਲਾ ਜਿਹੜਾ ਕਿਸਾਨ ਕਰਵਾ ਸਕਦਾ ਹੈ ਔਰ ਉਹਦੇ ਨਾਲ ਖਾਦਾਂ ਦਾ ਖਰਚਾ ਘਟ ਸਕਦਾ ਹੈ। ਮਿੱਟੀ ਪਰਖ ਸਾਡੀਆਂ ਲੈਬੋਰਟਰੀਆਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਤੋਂ ਪਰਖ ਕਰਾਓ ਤੇ ਲੋੜ ਅਨੁਸਾਰ ਖਾਦ ਦੀ ਵਰਤੋਂ ਕਰੋ, ਇਹ ਅਸੀਂ ਕਹਿੰਦੇ ਹਾਂ। ਪਰ ਸਾਨੂੰ ਜਿਹੜੀ ਜਨਰਲ ਸਿਫਾਰਿਸ਼ ਆ ਉਹਦੇ 'ਚ ਵੀ ਕਿਹਾ ਹੈ ਵੀ ਜੇਕਰ ਤੁਸੀਂ ਕਣਕ ਨੂੰ DAP ਖਾਦ ਪਾਈ ਹੈ ਤਾਂ ਝੋਨੇ ਨੂੰ DAP ਖਾਦ ਪਾਉਣ ਦੀ ਲੋੜ ਨਹੀਂ। ਪਰ ਕਈ ਵਾਰ ਕਿਸਾਨ ਜਿਹੜੇ ਆ ਉਹ ਝੋਨੇ ਨੂੰ ਵੀ ਪਾਉਂਦੇ ਵੇਖੇ ਗਏ ਆ, ਹਾਲਾਂਕਿ ਝੋਨੇ ਨੂੰ ਉਹਦਾ ਲਾਭ ਨਹੀਂ ਹੁੰਦਾ। ਜਿਹੜੀ ਖਾਦ ਅਸੀਂ ਕਣਕ ਵੇਲੇ ਪਾਈ ਆ ਉਹਦਾ ਬਹੁਤਾ ਹਿੱਸਾ ਸਾਨੂੰ ਝੋਨੇ ਨੂੰ ਹੀ ਮਿਲਣਾ। ਉਹ ਸਿਰਫ ਸਾਡੀ ਇਹਨੂੰ ਸਮਝਣ 'ਚ ਸਾਡਾ ਕਿਉਂਕਿ ਜਦੋਂ ਅਸੀਂ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਖਾਦ ਪਾਉਣ ਲਈ ਤਿਆਰ ਕੀਤਾ ਉਦੋਂ ਬੜੀ ਮੁਸ਼ੱਕਤ ਕਰਨੀ ਪਈ ਸਾਨੂੰ। ਅਸੀਂ ਜਾ ਕੇ ਲੋਕਾਂ ਨੂੰ ਕਹਿਣਾ ਵੀ ਖਾਦ ਪਾਓ, ਕਹਿੰਦੇ ਨਾ ਜ਼ਹਿਰ ਨਹੀਂ ਪਾਉਣਾ। ਤੇ ਉਦੋਂ ਫਿਰ ਸਾਡੇ ਇੰਸਪੈਕਟਰ ਸੀ, ਚੋਰੀਓਂ 10-20 ਕਿਲੋ ਖਾਦ ਪਾਇਆ ਹੋਣੀ ਤੇ ਕਿਸਾਨ ਨੇ ਵੇਖਣਾ ਵੀ ਮੇਰੇ ਇਸ ਖੇਤ 'ਚ ਤਾਂ ਫਸਲ ਬੜੀ ਤਕੜੀ ਖੜੀ ਹੋ ਗਈ। ਤਾਂ ਫਿਰ ਉਹ ਸਾਡੇ ਇੰਸਪੈਕਟਰ ਨੇ ਦੱਸਣਾ ਵੀ ਭਾਈ ਇਹ ਤਾਂ ਅਸੀਂ ਚੋਰੀਓਂ ਪਾ ਗਏ ਸੀਗੇ ਤੇ ਤਾਂ ਤੇਰਾ ਖੇਤ ਵਧੀਆ। ਫਿਰ ਉਹਨੂੰ ਹੁਣ ਆਦਤ ਪੈ ਗਈ। ਹੁਣ ਸਾਨੂੰ ਇਹਨੂੰ ਵਾਪਸ ਲਿਆਉਣਾ ਪੈਣਾ, ਸਾਨੂੰ ਉਹਨਾਂ ਹੀ ਜ਼ੋਰ ਲੱਗਣਾ। ਖਰਚੇ ਘਟਾਉਣ ਦੀ ਮੇਨ ਲੋੜ ਹੈਗੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਵੱਧ ਤੋਂ ਵੱਡੀ ਸਹੂਲਤ ਮਹਿਕਮਾ ਖੇਤੀਬਾੜੀ ਵੱਲੋਂ ਆਪਾਂ ਨੂੰ ਮਿਲ ਰਹੀ ਕਿ ਆਪਾਂ ਹੁਣ ਅਗਲੀ ਫਸਲ ਵੱਲ ਜਾਣਦੇ ਆ ਤੇ ਕਿਤੇ ਨਾ ਕਿਤੇ ਅਸੀਂ ਆਪਣੀਆਂ ਮਿੱਟੀ ਦੀ ਪਰਖ ਕਰਵਾ ਕੇ ਤੇ ਖਾਦਾਂ ਦਾ ਇਸਤੇਮਾਲ ਕਰੀਏ, ਉਹਦੇ ਨਾਲ ਸਾਡਾ ਖਾਦਾਂ ਦਾ ਖਰਚਾ ਵੀ ਘਟ ਸਕਦਾ। ਜੀ ਕਿਸਾਨ ਵੀਰ ਆਪਣੇ ਬੀਜ ਨੂੰ ਸੋਧ ਵੀ ਜ਼ਰੂਰ ਕਰਨ, ਬੜਾ ਥੋੜਾ ਖਰਚਾ ਹੈ ਜੀ। ਬਿਲਕੁਲ। ਤੇ ਉਹ ਕਿਸਾਨ ਵੀਰ ਸਾਡੇ ਖੇਤੀ ਮਾਹਰਾਂ ਨਾਲ ਪੁੱਛ ਕੇ ਵੀ ਕਿਹੜੇ ਏਰੀਏ ਦੇ ਵਿੱਚ ਕਿਹੜੀ ਬੀਜ ਸੋਧ ਦੀ ਲੋੜ ਹੈ ਤਾਂ ਉਹ ਦਵਾਈ ਨੂੰ ਲੈ ਕੇ, ਬਹੁਤ ਥੋੜ੍ਹੀ ਮਾਤਰਾ 'ਚ ਦਵਾਈ ਪੈਣੀ ਹੈ ਤੇ ਤੁਹਾਨੂੰ ਕੀੜਿਆਂ ਮਕੌੜਿਆਂ ਅਤੇ ਬਿਮਾਰੀਆਂ ਤੋਂ ਆਪਾਂ ਨੂੰ ਬਚਾਅ ਹੋ ਜਾਏ। ਬਿਲਕੁਲ ਜੀ। ਔਰ ਮੈਂ ਸਮਝਦਾ ਕਿ ਇਹ ਸਾਰਾ ਉਪਰਾਲਾ ਜਦੋਂ ਚੱਲਦਾ ਤੇ ਉਹਦੇ ਤੇ ਕਿਤੇ ਨਾ ਕਿਤੇ ਆਪਾਂ ਨੂੰ ਇਹ ਸੋਚ ਵੀ ਬਣਾਉਣੀ ਪਏਗੀ ਕਿ ਸਾਨੂੰ ਖੇਤੀ ਤਕਨੀਕਾਂ ਨਾਲ ਜੁੜਨਾ ਪਏਗਾ। ਆਪਾਂ ਕਈ ਵਾਰੀ ਸੁਣ ਲੈਂਦੇ ਹਾਂ ਜਾਂ ਵੇਖ ਲੈਂਦੇ ਹਾਂ, ਲੇਕਿਨ ਜਦੋਂ ਅਸੀਂ ਹਕੀਕਤ ਤੌਰ 'ਤੇ ਉਹਨੂੰ ਖੇਤਾਂ 'ਚ ਲਾਗੂ ਕਰਾਂਗੇ, ਜਾਣਕਾਰੀ ਲੈ ਕੇ ਲਾਗੂ ਕਰਾਂਗੇ ਤੇ ਫਿਰ ਵਧੀਆ ਉਪਰਾਲਾ, ਵਧੀਆ ਨਤੀਜੇ ਸਾਨੂੰ ਮਿਲ ਸਕਦੇ ਨੇ। ਪ੍ਰੋਜੈਕਟ ਡਾਕਟਰ ਆਤਮਾ ਵੀ ਇੱਥੇ ਹੈਗੇ ਨੇ। ਡਾਕਟਰ ਸਾਹਿਬ, ਆਤਮਾ ਦਾ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਆਤਮਾ ਸਕੀਮ ਦੇ ਵਿੱਚ ਸਿਖਲਾਈਆਂ ਵਗੈਰਾ ਤੁਸੀਂ ਦਿੰਦੇ ਹੋ। ਜ਼ਿਲ੍ਹਾ ਰੂਪਨਗਰ ਦੇ ਤੁਸੀਂ ਕੰਮ ਕਰਨ ਡੇ ਹੋ, ਕੀ ਉਪਰਾਲੇ ਕਰਨ ਡੇ ਹੋ ਇੱਥੇ?
ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਡਿਵਰਸੀਫਿਕੇਸ਼ਨ ਉਹ ਆਤਮਾ ਸਕੀਮ ਰਾਹੀਂ ਜ਼ਿਆਦਾ ਆ ਰਹੀ ਹੈ। ਲੇਟੈਸਟਲੀ ਜਿਹੜਾ ਰੂਪਨਗਰ ਦੇ ਵਿੱਚ ਹੈ, ਆਪਾਂ ਮਿਲਟਸ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਕਰ ਰਹੇ ਹਾਂ। ਜਿੱਦਾਂ ਮਿਲਟਸ ਕੀ ਆਉਂਦਾ? ਜਿੱਦਾਂ ਕੰਗਣੀ ਹੋ ਗਈ ਜੀ, ਕੌਂਦਰਾ ਹੋ ਗਿਆ, ਜਿਹੜੀਆਂ ਪੁਰਾਣੀਆਂ ਫਸਲਾਂ ਸੀਗੀਆਂ ਜਿਨ੍ਹਾਂ ਨੂੰ ਆਪਾਂ ਖਾਣਾ ਹਟ ਗਏ ਆ, ਜਿਨ੍ਹਾਂ ਦੀ ਵਰਤੋਂ ਆਪਾਂ ਆਪਣੇ ਘਰਾਂ 'ਚ ਵੀ ਹਟ ਗਈਆਂ, ਪਰ ਜ਼ਿਮੀਂਦਾਰ ਬੀਜਦੇ ਨੇ ਇਹ ਵਾਲੇ। ਉਹਨਾਂ ਨੂੰ ਇੱਕ ਫਾਰਮ ਸਕੂਲ ਦੇ ਤਹਿਤ ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਸਿਖਾਉਣ ਲਈ ਉਹਨਾਂ ਨੂੰ ਥੋੜ੍ਹਾ ਜਿਹਾ ਪੁਸ਼ਅਪ ਕੀਤਾ ਜਾਂਦਾ, ਕਿਉਂਕਿ ਜਿੱਦਾਂ ਇਹ ਫਸਲਾਂ ਨੇ, ਇਹ ਫਸਲਾਂ ਆਮ ਨਹੀਂ ਫਸਲਾਂ ਹੈਗੀਆਂ, ਇਹਦੀ ਖੇਤੀ ਹੁਣ ਆਪਾਂ ਕਰਨੀ ਜਿਹੜੀ ਨਵੀਂ ਪੀੜ੍ਹੀ ਉਹ ਭੁੱਲ ਗਈ ਹੈ। ਇਹਦੇ ਲਈ ਫਾਰਮ ਸਕੂਲ ਨੇ, ਉਹਦੀਆਂ 4-5 ਕਲਾਸਾਂ ਹੁੰਦੀਆਂ ਨੇ, ਉਹਦੇ 'ਚ ਦੱਸਿਆ ਜਾਂਦਾ ਕਿ ਕਿਵੇਂ ਇਹਨੂੰ ਬੀਜਣਾ ਹੈ, ਕਿਵੇਂ ਵੱਢਣਾ ਹੈ। ਕਿੱਥੇ ਕਿੱਥੇ ਸਕੂਲ ਚੱਲਣ ਦੇ ਤੁਹਾਡੇ ਇੱਥੇ ਰੂਪਨਗਰ 'ਚ? ਰੂਪਨਗਰ ਦੇ ਵਿੱਚ 3-4 ਸਕੂਲ ਲੱਗ ਰਹੇ ਨੇ ਜੀ, ਆਪਣੇ ਰੋਪੜ ਬਲਾਕ ਦੇ ਵਿੱਚ ਹੀ ਨੇ 2। ਇਹਦੇ ਵਿੱਚ ਬੇਸਿਕਲੀ ਕੀ ਹੈ ਸਰ, ਆਪਾਂ ਆਪਣੇ ਘਰ ਲਈ ਪਹਿਲਾਂ ਯੂਜ਼ ਕਰੀਏ। ਜਿੱਦਾਂ ਹੁਣ ਆਪਾਂ ਸਾਰੇ ਕਹਿ ਰਹੇ ਹਾਂ ਕਿ ਕਣਕ ਦੀ ਰੋਟੀ ਆਪਾਂ ਸਾਰੇ ਖਾਈ ਜਾਂਦੇ ਆ, ਉਹਦੇ ਨਾਲ ਆਪਣੀ ਸਿਹਤ ਖਰਾਬ ਹੁੰਦੀ ਹੈ, ਬੱਚਿਆਂ 'ਚ ਦਿੱਕਤ ਆਉਣ ਲੱਗ ਗਈ, ਜ਼ਿਆਦਾ ਸ਼ੂਗਰ ਹੋਣ ਲੱਗ ਗਿਆ। ਉਹਦੇ ਲਈ ਕੀ ਹੈ, ਫਿਰ ਆਪਾਂ ਨੂੰ ਇਹਦੀ ਜਿਹੜੀ ਰੋਟੀ ਹੈ ਉਹ ਵੀ ਆਪਾਂ ਨੂੰ ਚੇਂਜ ਕਰਨੀ ਪੈਣੀ, ਆਪਾਂ ਨੂੰ ਆਪਦੀ ਡਾਈਟ ਚੇਂਜ ਕਰਨੀ ਪੈਣੀ ਹੈ। ਜੇ ਕਿਸਾਨ ਤੰਦਰੁਸਤ ਰਹੇਗਾ ਤਾਂ ਉਹ ਦੂਸਰਿਆਂ ਨੂੰ ਤੰਦਰੁਸਤੀ ਦੇਵੇਗਾ। ਡਾਕਟਰ ਸਾਹਿਬ, ਇਹ ਬੜਾ ਵਧੀਆ ਇਸ਼ਾਰਾ ਹੈ ਕਿ ਜਦੋਂ ਅਸੀਂ ਆਪਣੇ ਹੁਣ ਦੇਖੋ ਕਈ ਵਾਰੀ ਅਸੀਂ ਕਹਿੰਦੇ ਆ ਕਿ ਸਾਡੀ ਵਾਤਾਵਰਣ ਦਾ ਬੜਾ ਉਤਾਰ ਚੜਾਅ ਹੋਣ ਡਿਆ, ਵਾਕਈ ਵਾਤਾਵਰਣ ਬੜੀ ਦਿੱਕਤ ਪਤਾ ਕਰਨ ਡੇ ਆ। ਤਾਂ ਤੁਸੀਂ ਬਤੌਰ ਡਾਇਰੈਕਟਰ ਮਹਿਸੂਸ ਕੀਤਾ ਹੋਵੇਗਾ ਕਿ ਪਿਛਲੇ ਵਰੇ ਵੀ ਵਾਤਾਵਰਣ ਦੀ ਆਵਾਜ਼ ਘਾਟ ਨਾਲ ਕਣਕ ਦਾ ਝਾੜ ਵੀ ਘਟਿਆ ਸੀ। ਸੋ ਇਸ ਪੱਖੋਂ ਕਿਸਾਨ ਨੂੰ ਕੁਛ ਨਾ ਕੁਛ ਅੱਗੇ ਵਧਣਾ ਪਏਗਾ, ਚਾਹੇ ਵਾਤਾਵਰਣ ਦੀ ਗੱਲ ਏ, ਚਾਹੇ ਆਪਾਂ ਘਰੇਲੂ ਬਗੀਚੀ ਦੀ ਗੱਲ ਏ। ਕੀ ਕਹਿਣਾ ਚਾਹੋਗੇ? ਘਰੇਲੂ ਬਗੀਚੀ ਵੀ ਲਾਈਏ, ਔਰ ਕੁਝ ਏਰੀਏ ਦੇ ਵਿੱਚ ਸਾਡੇ ਉਹ ਦਰਖਤ ਜਿਹੜੇ ਪੁਰਾਣੇ ਟਾਹਲੀਆਂ, ਕਿੱਕਰਾਂ ਅਤੇ ਨਿੰਮਾਂ ਵੀ ਸਾਨੂੰ ਲਾਉਣ ਦੀ ਲੋੜ ਹੈ। ਇੱਕ ਛੋਟੇ ਛੋਟੇ ਜੰਗਲ ਵੀ ਕਈ ਕਿਸਾਨਾਂ ਨੇ ਬਣਾਏ ਹੋਏ ਨੇ। ਮੈਨੂੰ ਲੱਗਦਾ ਵੀ ਇਹ ਸਾਡਾ ਜਿਹੜਾ ਵਾਤਾਵਰਣ ਚੇਂਜ ਹੋ ਰਿਹਾ, ਉਹਨੂੰ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਨੂੰ ਰੋਕਣ ਵਿੱਚ ਸਹਾਈ ਵੀ ਹੋਏਗਾ। ਸੋ ਇਹ ਘਰੇਲੂ ਬਗੀਚੀ ਹੈ, ਬਿਨਾਂ ਜ਼ਹਿਰ ਤੋਂ ਤੁਹਾਨੂੰ ਸਬਜ਼ੀਆਂ ਮਿਲਣਗੀਆਂ। ਤਾਂ ਅਗਲਾ ਸਾਲ ਜਿਹੜਾ ਇੰਟਰਨੈਸ਼ਨਲ ਈਅਰ ਆਫ ਮਿਲਟ ਹੈ, ਤਾਂ ਅਸੀਂ ਸਟੇਟ ਲੈਵਲ ਦਾ ਵੀ ਇੱਕ ਸੈਮੀਨਾਰ ਕਰਾ ਚੁੱਕੇ ਹਾਂ। ਇਸ ਸੰਬੰਧੀ ਸਾਰੇ ਆਫੀਸਰ ਨੂੰ ਵੀ ਮਿਲਟਸ ਬਾਰੇ ਦੱਸ ਚੁੱਕੇ ਹਾਂ, ਔਰ ਭਾਰਤ ਸਰਕਾਰ ਨਾਲ ਸਾਡਾ ਤਾਲਮੇਲ ਹੈ। ਆਉਣ ਵਾਲੇ 2-3 ਸਾਲਾਂ 'ਚ PAU ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਸਾਨੂੰ ਕੁਝ ਬੀਜ ਮਿਲਣ, ਤਾਂ ਕਿ ਇਹਦਾ ਕੁਛ ਨਾ ਕੁਛ ਏਰੀਆ ਅਸੀਂ ਹਾਲਾਂਕਿ ਸਾਡੇ ਕਈ ਪ੍ਰੋਗਰੈਸਿਵ ਕਿਸਾਨ ਨੇ, ਗੁਰਦਾਸਪੁਰ 'ਚ ਨੇ, ਫਰੀਦਕੋਟ 'ਚ ਨੇ, ਹੋਰ ਕਈ ਜ਼ਿਲ੍ਹਿਆਂ 'ਚ ਨੇ, ਜਿਹੜੇ ਇਹਦਾ ਥੋੜ੍ਹਾ ਹਿੱਸਾ ਆਪਦੇ ਘਰਾਂ ਵਾਸਤੇ ਕਰ ਰਹੇ ਨੇ। ਜਾਗਰੂਕਤਾ ਦੇਣ ਵਾਸਤੇ ਅੱਜ ਅਸੀਂ ਇਹ ਗੱਲ ਕੀਤੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਹਾੜੀ ਦੀ ਫਸਲ ਵਾਸਤੇ ਚਾਹੇ ਉਹ ਬੀਜ ਹੈ, ਚਾਹੇ ਖਾਦ ਦਾ ਕੀ ਪ੍ਰਬੰਧ ਸਰਕਾਰ ਨੇ ਕੀਤਾ ਹੈ, ਔਰ ਆਪਾਂ ਨੂੰ ਕਿੱਦਾਂ ਦੇ ਉਪਰਾਲੇ ਕਰਕੇ ਕੁਆਲਿਟੀ ਪੱਖੋਂ ਸਹੀ ਚੀਜ਼ਾਂ ਲੈਣ ਦੇ ਵਾਸਤੇ ਉਪਰਾਲੇ ਕਰਨੇ ਚਾਹੀਦੇ ਨੇ। ਸੋ ਡਾਕਟਰ ਗੁਰਵਿੰਦਰ ਸਿੰਘ ਜੀ ਔਰ ਨਾਲ ਜ਼ਿਲ੍ਹਾ ਰੂਪਨਗਰ ਦੇ ਜਿਹੜੇ ਮਾਹਿਰ ਸਾਹਿਬਾਨ ਸਾਡੇ ਨਾਲ ਨੇ, ਕਿਸਾਨ ਨੇ, ਡਾਕਟਰ ਖੇਤੀਬਾੜੀ, ਬਹੁਤ ਬਹੁਤ ਮਿਹਰਬਾਨੀ ਜੀ।